भाजपा जिहड़ी है वो भी अकाली दल की स्ट्रेंथ ही सीटां जितती रही है। इंडिपेंडेंटली भाजपा भी 3-4 सीटां तो वध नहीं जित सकती। अकाली दल फिर वो 20 चों 25 सीटां च रहे। ਮਾਹਲ ਪਰਿਵਾਰ ਦੀ ਵੀ ਐਂਟਰੀ ਹੋਈ ਹੈ, ਲੱਗਦਾ ਕੰਪੀਟੀਸ਼ਨ ਹੈ। ਪੰਜਾਬ ਦੀ ਪਾਰਟੀ ਦਾ ਇੱਕ ਜਿਹੜਾ ਮੁਖੀ ਬਣ ਸਕਦਾ, ਜਿਹੜਾ ਹੈੱਡ ਕਰ ਸਕਦਾ ਗਵਰਨਮੈਂਟ, ਉਹਨੂੰ ਵੋਟ ਪਾਣੀ ਹੈ। ਦੂਜੇ ਪਾਸੇ ਐਮਐਲਏਜ਼ ਨੂੰ ਵੋਟ ਪਾਣੀ। ਦੇयर इज अ ਵਾਸਟ ਡਿਫਰੈਂਸ। 62 ਤੋਂ ਲੈ ਕੇ ਅੱਜ ਤੱਕ 60 ਸਾਲ ਸਾਨੂੰ ਲੋਕਾਂ 'ਚ ਵਿਚਰਦੇ ਹੋ ਗਏ, ਜਿੱਤਦੇ ਹੋ ਗਏ। ਕੈਂਡੀਡੇਟ ਸਾਹਿਬ ਨੂੰ ਪੁੱਛਣਾ ਕਿ ਉਹਨਾਂ ਦੇ ਫਾਦਰ ਇੱਥੇ 25 ਸਾਲ ਰਹੇ ਨੇ, ਮਿਨਿਸਟਰ ਵੀ ਰਹੇ ਨੇ, ਉਦੋਂ ਉਹਨਾਂ ਨੇ ਕਮਿਟਮੈਂਟ ਕੋਈ ਮੈਡੀਕਲ ਦੱਸਣ ਹੈ ਕਿਹੜੀ ਲੈ ਕੇ ਆਏ ਨੇ, ਕੋਈ ਸਕੂਲ ਹੀ ਦੱਸਣ ਕੋਈ ਲੈ ਕੇ ਆਏ ਨੇ, ਕੋਈ ਨਵਾਂ ਥੋੜਾ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸੀਨੀਅਰ ਮੋਸਟ ਕਾਂਗਰਸਮੈਨ ਬਿਲਕੁਲ ਮੈਂ ਸਮਝਣਾ ਕਿ ਹੁਣ ਟਾਈਮ ਹੈ ਮੇਰਾ ਨੈਸ਼ਨਲ ਐਕਸਪੀਰੀਅੰਸ, ਇੰਟਰਨੈਸ਼ਨਲ ਐਕਸਪੀਰੀਅੰਸ ਸੂਬੇ ਦੇ ਕੰਮ ਆਉਣਾ ਚਾਹੀਦਾ, ਆਪਣੇ ਲੋਕਾਂ ਦੇ ਕੰਮ ਆਉਣਾ ਚਾਹੀਦਾ। ਇਹ ਜ਼ਿੰਦਗੀ ਦਾ ਲਾਸਟ ਫੇਜ਼ ਹੈ ਮੇਰਾ। ਬੜੇ ਵੱਡੇ ਪੱਧਰ ਤੇ ਖਾਨਾ ਜੰਗੀ ਚੱਲ ਰਹੀ ਹੈ, ਲੱਗਦਾ ਹੈ ਕਿ ਇਹ ਨਹੀਂ ਹੋਣੀ ਚਾਹੀਦੀ, ਪਾਰਟੀ ਲਈ ਨੁਕਸਾਨ ਹੋ ਰਿਹਾ ਹੈ ਇਸ ਵਕਤ। ਕੈਪਟਨ ਅਮਰਿੰਦਰ ਸਿੰਘ ਤੋਂ 5 ਸਾਲ ਸਰਕਾਰ ਰਹੀ, ਤਜਰਬੇ ਉਹਨਾਂ ਤੋਂ ਵੀ ਬਹੁਤ ਸੀਗੇ, ਤਾਂ ਬੜੇ ਨੀਅਤ ਨਹੀਂ ਸੀ, ਨੀਅਤ ਨਹੀਂ ਸੀ। ਜਿਹੜੀ ਪਾਰਟੀ ਦਾ ਐਮਐਲਏ 5 ਸਾਲ ਆਪਣੀ ਪਾਰਟੀ 'ਚ ਨਹੀਂ ਰਹਿ ਸਕਦਾ, ਉਹਦੀ ਕਮਿਟਮੈਂਟ ਆਪਣੇ ਲੋਕਾਂ ਪ੍ਰਤੀ, ਵੋਟਰਸ ਪ੍ਰਤੀ ਜਾਂ ਸੂਬੇ ਪ੍ਰਤੀ ਕਿੰਨੀ ਕੁ ਹੋ ਸਕਦੀ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪੰਜਾਬ ਦੇ ਵਿੱਚ ਇਸ ਵਕਤ ਵਿਧਾਨ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਪੱਕ ਚੁੱਕਾ ਹੈਗਾ ਤੇ ਇਸ ਵਕਤ ਅਸੀਂ ਇੱਕ ਬੇहद ਅਹਿਮ ਸੀਟ ਤੇ ਖੜੇ ਹਾਂ, ਕਾਦੀਆਂ। ਸਾਡੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ, ਵੱਡਾ ਕੱਦ ਰੱਖਦੇ ਨੇ। ਗੱਲਬਾਤ ਕਰਕੇ ਸਮਝਣਾ ਕਿ ਇੱਥੋਂ ਦੇ ਹਾਲਾਤ ਕਿਸ ਤਰੀਕੇ ਨਾਲ ਦੇਖਦੇ ਨੇ, ਕਿਉਂਕਿ ਪਹਿਲੀ ਵਾਰ ਹੋਇਆ ਪੰਜਾਬ ਦੀ ਸਿਆਸਤ ਦੇ ਵਿੱਚ ਕਿ ਜ਼ਿਆਦਾ ਧਿਰਾਂ ਇਸ ਵਕਤ ਸਿੱਧੇ ਤੌਰ ਤੇ ਚੋਣ ਮੈਦਾਨ ਦੇ ਵਿੱਚ ਨੇ। ਬਾਜਵਾ ਸਾਹਿਬ, ਸਭ ਤੋਂ ਪਹਿਲਾਂ ਸਵਾਗਤ। ਤੇ ਕਿਵੇਂ ਦੇਖਦੇ ਹੋ, ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਵਿੱਚ ਧਿਰਾਂ ਬਹੁਤ ਜ਼ਿਆਦਾ ਹੋ ਗਈਆਂ ਤੇ ਲੋਕਾਂ ਨੂੰ ਹੁਣ ਆਪਸ਼ਨਸ ਵੀ ਬਹੁਤ ਨੇ ਤੇ ਮੁਕਾਬਲਾ ਬੜਾ ਟੱਕਰ ਵਾਲਾ ਹੋਣ ਵਾਲਾ ਨਜ਼ਰ ਕੀ ਆ ਰਿਹਾ ਇਸ ਵੇਲੇ? ਕੋਈ ਜਿੰਨੀਆਂ ਵੱਧ ਧਿਰਾਂ ਹੋਣਗੀਆਂ ਉਨਾ ਹੀ ਕੰਮ ਕਾਂਗਰਸ ਦਾ ਸੌਖਾ ਹੋ ਜਾਏਗਾ। ਤੋ ਇਸ ਗੱਲ ਕਾਰਨ ਮੈਂ ਸਮਝਦਾ ਇਹ ਸਾਰੇ ਕੰਮ 'ਚੋਂ ਕਾਂਗਰਸ ਨੂੰ ਵੱਡਾ ਐਡਵਾਂਟੇਜ ਆਏਗਾ। ਜੀ, ਸਿੱਧੇ ਤੌਰ ਤੇ ਐਡਵਾਂਟੇਜ ਮੰਨ ਰਹੇ ਹੋ ਕਿ ਜਿੰਨੀਆਂ ਧਿਰਾਂ ਵੱਧ ਉਹਨਾਂ ਐਡਵਾਂਟੇਜ। ਪਰ ਇਹ ਜਦੋਂ ਅਸੀਂ ਕਾਦੀਆਂ ਸੀਟ ਦੀ ਗੱਲ ਕਰਦੇ ਹਾਂ, ਇੱਥੇ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਅੱਗੇ ਤਾਂ ਹੁੰਦਾ ਸੀ ਬਾਜਵਾ ਪਰਿਵਾਰ, ਸੇਖਵਾਂ ਪਰਿਵਾਰ, ਐਤਕੀ ਮਾਹਲ ਪਰਿਵਾਰ ਦੀ ਵੀ ਐਂਟਰੀ ਹੋਈ ਹੈ, ਲੱਗਦਾ ਕੰਪੀਟੀਸ਼ਨ ਹੈ? ਕੋਈ ਕੰਪੀਟੀਸ਼ਨ ਨਹੀਂ। ਗੁਰੂ ਮਹਾਰਾਜ ਸਾਹਿਬ ਦੀ ਮਿਹਰ ਦੇ ਨਾਲ ਫਰਮ ਦਾ ਨਾਂ ਚੱਲਦਾ, ਲੋਕਾਂ ਵਿੱਚ ਗੁੱਡਵਿਲ। 4 ਮੁੱਖ ਮੰਤਰੀਆਂ ਨਾਲ 10 ਕੈਬਨਿਟ ਦਾ ਮਿਨਿਸਟਰ ਹੈ ਜੀ, ਲੋਕ ਸਭਾ ਦਾ ਮੈਂਬਰ ਰਹਿ ਚੁੱਕਿਆ, ਰਾਜ ਸਭਾ ਦਾ ਮੈਂਬਰ ਰਹਿ ਚੁੱਕਿਆ। ਜਿਹੜੀ ਅਹਿਮ ਭੂਮਿਕਾ ਤੁਹਾਡੇ ਦਾਸ ਨੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ 'ਚ ਕਿਸਾਨਾਂ ਵਾਸਤੇ ਨਿਭਾਈ ਹੈ, ਉਹਦਾ ਵੱਡਾ ਇੰਪੈਕਟ ਲੋਕਾਂ ਦੇ ਵਿੱਚ, ਵੱਡਾ ਇੰਪੈਕਟ ਲੋਕਾਂ 'ਚ ਕਿ ਇੱਕ ਪਾਸੇ ਪੰਜਾਬ ਦੀ ਪਾਰਟੀ ਦਾ ਇੱਕ ਜਿਹੜਾ ਮੁਖੀ ਬਣ ਸਕਦਾ, ਜਿਹੜਾ ਹੈੱਡ ਕਰ ਸਕਦਾ ਗਵਰਨਮੈਂਟ, ਉਹਨੂੰ ਵੋਟ ਪਾਣੀ ਹੈ। ਦੂਜੇ ਪਾਸੇ ਐਮਐਲਏਜ਼ ਨੂੰ ਵੋਟ ਪਾਣੀ। ਦੇयर इज अ ਵਾਸਟ ਡਿਫਰੈਂਸ। ਸੋ ਲੋਕ ਵਿਲ, ਇਹ ਮੈਨੂੰ ਵੇਖੋ 11 ਵਾਰ ਅਸੀਂ ਇਹ ਸੀਟ ਜਿੱਤ ਚੁੱਕੇ ਹਾਂ ਹਲਕਿਆਂ ਤੋਂ, 1962 ਤੋਂ ਲੈ ਕੇ ਅੱਜ ਤੱਕ। ਪਹਿਲਾਂ ਕਾਨੂੰਵਾਲ ਸੀਗਾ, ਉਸ ਤੋਂ ਬਾਅਦ ਕਾਨੂੰਵਾਲ, ਕਾਦੀਆਂ, ਸ੍ਰੀ ਹਰਗੋਬਿੰਦ। ਸਮਝੋ ਇਹ ਬੇਸਿਕਲੀ ਉਹੀ ਏਰੀਆਜ਼, ਡਿਮਾਰਕੇਸ਼ਨ ਚੇਂਜ ਹੁੰਦੀ ਆਈ ਹੈ, ਬੇਸਿਕਲੀ ਉਹੀ ਏਰੀਆਜ਼ ਨੇ। 62 ਤੋਂ ਲੈ ਕੇ ਅੱਜ ਤੱਕ 60 ਸਾਲ ਸਾਨੂੰ ਲੋਕਾਂ 'ਚ ਵਿਚਰਦੇ ਹੋ ਗਏ, ਜਿੱਤਦੇ ਹੋ ਗਏ। ਸੋ ਇਹ ਕੋਈ ਵੱਡੀ ਪਹਿਲੀ ਵਾਰ ਨਹੀਂ ਇਹ ਕੰਮ ਹੋਣ ਲੱਗਾ, ਐਂਡ ਮੇਰਾ ਖਿਆਲ ਲੈਂਡਸਲਾਈਡ ਵਿਕਟਰੀ ਹੋਈ। ਤੁਹਾਡਾ ਵਾਪਸ ਆਉਣਾ ਵੀ ਇੱਕ ਬਹੁਤ ਵੱਡੇ ਸਵਾਲ ਖੜੇ ਕਰਦਾ ਸੀ ਕਿ ਬਾਜਵਾ ਸਾਹਿਬ ਨੂੰ ਪਾਰਟੀ ਨੇ ਇੱਕ ਉਸ ਅਹੁਦੇ ਤੱਕ ਪਹੁੰਚਾਇਆ ਜਿਸ ਤੋਂ ਹੁਣ ਉਹ ਵਾਪਸੀ ਕਰਕੇ ਦੁਬਾਰਾ ਐਮਐਲਏ ਲੜ ਰਹੇ ਨੇ। ਕਾਰਨ ਕੀ ਹੈਗਾ ਇਹਦਾ ਕਿ ਪਾਰਟੀ ਦੇਖ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਵੀ ਪ੍ਰੈਜ਼ੈਂਟ ਕੀਤਾ ਜਾ ਸਕਦਾ ਪ੍ਰਤਾਪ ਸਿੰਘ ਬਾਜਵਾ ਨੂੰ? ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸੀਨੀਅਰ ਮੋਸਟ ਕਾਂਗਰਸਮੈਨ ਬਿਲਕੁਲ ਮੈਂ ਸਮਝਦਾ ਕਿ ਮੈਨੂੰ ਮੌਕਾ ਇਸ ਗੱਲੋਂ ਨਹੀਂ ਮਿਲ ਸਕਿਆ ਕਿਉਂਕਿ ਮੈਂ ਐਜ਼ ਅ ਐਮਐਲਏ ਹੈ ਨਹੀਂ ਸੀ। ਨੰਬਰ 2, ਸਾਰਿਆਂ ਨੂੰ ਵੱਡੀ ਗੱਲ ਇਹ ਹੈ ਕਿ ਵੇਖੋ 11 ਐਮਪੀ ਨੇ ਕਾਂਗਰਸ ਦੇ, 8 ਲੋਕ ਸਭਾ 'ਚ ਨੇ, 3 ਰਾਜ ਸਭਾ। ਇਕੱਲੇ ਇੱਕੋ ਐਮਪੀ ਨੂੰ ਲੌਕ ਇਹਦਾ ਜੇ ਮੇਰੀ ਟਰਮ ਹੈ, ਇਹ ਟਰਮ ਮੇਰੀ ਓਵਰ ਨਹੀਂ ਹੋਈ, ਮੇਰੀ ਟਰਮ ਅਪ੍ਰੈਲ ਤੱਕ, ਐਂਡ ਮੈਨੂੰ ਫਰਦਰ ਟਰਮ ਵੀ ਦੇਣ ਨੂੰ ਉਹ ਤਿਆਰ ਸਨ। ਬਟ ਮੈਂ ਇੱਕ ਸੋਚ ਸਮਝ ਕੇ ਫੈਸਲਾ ਕੀਤਾ ਕਿ ਹੁਣ ਮੇਰੀ 65 ਸਾਲ ਦੀ ਏਜ ਹੋ ਗਈ ਜੀ। ਇਸ ਟਾਈਮ ਜਿਹੜਾ 13 ਸਾਲ ਦਾ ਮੇਰਾ ਨੈਸ਼ਨਲ ਤਜਰਬਾ ਹੈ ਜੀ, ਇੰਟਰਨੈਸ਼ਨਲ ਤਜਰਬਾ ਹੈ। ਗਵਰਨਮੈਂਟ ਆਫ ਇੰਡੀਆ ਨੇ 3 ਵਾਰ ਮੈਨੂੰ ਯੂਨਾਈਟਿਡ ਨੇਸ਼ਨਸ ਘੱਲਿਆ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਵਾਸਤੇ, ਜਿਹੜਾ ਬਹੁਤ ਵੱਡਾ ਆਨਰ ਹੈ। ਪਹਿਲੇ ਜਨੀਵਾ ਦੇ ਵਿੱਚ, ਸਵਿਟਜ਼ਰਲੈਂਡ ਦੇ ਵਿੱਚ ਯੂਨਾਈਟਿਡ ਨੇਸ਼ਨਸ, ਫਿਰ ਹੇਗ ਦੇ ਵਿੱਚ, ਐਮਸਟਰਡਮ, ਚੁਣਿੰਦਾ ਬੰਦੇ ਗਏ ਸੀ, ਫਿਰ ਨਿਊਯਾਰਕ ਦੇ ਵਿੱਚ ਅਮਰੀਕਾ 'ਚ। ਮੈਂ ਸਮਝਣਾ ਕਿ ਹੁਣ ਟਾਈਮ ਹੈ ਮੇਰਾ ਨੈਸ਼ਨਲ ਐਕਸਪੀਰੀਅੰਸ, ਇੰਟਰਨੈਸ਼ਨਲ ਐਕਸਪੀਰੀਅੰਸ ਸੂਬੇ ਦੇ ਕੰਮ ਆਉਣਾ ਚਾਹੀਦਾ, ਆਪਣੇ ਲੋਕਾਂ ਦੇ ਕੰਮ ਆਉਣਾ ਚਾਹੀਦਾ। ਇਹ ਜ਼ਿੰਦਗੀ ਦਾ ਲਾਸਟ ਫੇਜ਼ ਹੈ ਮੇਰਾ। ਤਾਂ ਮੈਂ ਚਾਹੁੰਦਾ ਕਿ ਆਪਣੀ ਸਟੈਂਪ ਛੱਡ ਕੇ ਜਾਈਏ ਪਾਰਟੀ ਵਾਸਤੇ ਵੀ ਤੇ ਆਪਣੇ ਏਰੀਆ ਦੀ ਤਰੱਕੀ ਵਾਸਤੇ ਵੀ। ਸੋ ਇਹ ਇੱਕ ਸੋਚ ਸਮਝ ਕੇ ਮੈਂ ਆਇਆ, ਨਹੀਂ ਤੇ ਅਦਰਵਾਈਜ਼ ਕੋਈ ਜਿਹੜਾ ਰਾਜ ਸਭਾ 'ਚ ਮੈਂਬਰ ਗਿਆ
ਮੈਂ ਨਹੀਂ ਅਜੇ ਤੱਕ ਵੇਖਿਆ ਕਿ ਕੋਈ ਵਾਪਸ ਅਸੈਂਬਲੀ 'ਚ ਪਰਤਿਆ। ਬਿਲਕੁਲ ਨਵਜੋਤ ਸਿੰਘ ਸਿੱਧੂ ਜਦੋਂ ਜ਼ਿਕਰ ਕਰਦੇ ਉਹ ਕਹਿੰਦੇ ਮੈਂ ਛੱਡ ਕੇ ਆਇਆ, ਉਹ ਵਾਲੀਆਂ ਚੀਜ਼ਾਂ ਛੱਡ ਕੇ ਆਇਆ, ਮੈਂ ਅਸਤੀਫੇ ਦੇ ਕੇ ਆਇਆ, ਮੈਂ ਵੀ ਪੰਜਾਬ ਲਈ ਕੰਮ ਕਰਨਾ ਚਾਹੁੰਦਾ। ਇਹ ਜਿਹੜੇ ਪੰਜਾਬ ਦੇ ਵਿੱਚ ਇਸ ਵਕਤ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਖਾਸ ਕਰਕੇ ਕਾਂਗਰਸ ਦੇ ਵਿੱਚ ਇੱਕ ਬੜੇ ਵੱਡੇ ਪੱਧਰ ਤੇ ਖਾਨਾ ਜੰਗੀ ਚੱਲ ਰਹੀ ਹੈ, ਲੱਗਦਾ ਹੈ ਕਿ ਇਹ ਨਹੀਂ ਹੋਣੀ ਚਾਹੀਦੀ, ਪਾਰਟੀ ਲਈ ਨੁਕਸਾਨ ਹੋ ਰਿਹਾ ਇਸ ਵਕਤ। ਦੇਖੋ ਮੇਰਾ ਪਰਸਨਲ ਰਾਏ ਹੈ ਕਿ ਜੋ ਇਸ ਟਾਈਮ ਚੱਲ ਰਿਹਾ ਇਹਨੂੰ ਸਟੇਟਸ ਕੋ ਰੱਖਣਾ ਚਾਹੀਦਾ। ਦੂਜੀਆਂ ਪਾਰਟੀਆਂ ਕਈਆਂ ਨੇ ਸਵਾਲ ਕੀਤਾ ਜੀ ਕਿ ਵੇਖੋ ਆਪ ਵਾਲਿਆਂ ਨੇ ਭਗਵੰਤ ਸਿੰਘ ਮਾਨ ਨੂੰ ਮੌਕਾ ਦਿੱਤਾ। ਮੈਂ ਕਿਹਾ ਭਗਵੰਤ ਸਿੰਘ ਮਾਨ ਆਪ ਕੋਲ ਤੇ ਕੋਈ ਅਜੇ ਸੀਐਮ ਚਿਹਰਾ ਹੈ ਨਹੀਂ ਸੀ, ਉਹਨੇ ਡਿਕਲੇਅਰ ਕਰਨਾ ਉਹਨੇ ਕਰ ਦਿੱਤਾ। ਅਕਾਲੀ ਦਲ ਕੋ ਸੁਖਬੀਰ ਸਿੰਘ ਬਾਦਲ ਹੈ ਨੇ, बीजेपी को कैप्टन अमरिंदर सिंह है ने, साडे को तो ऑलरेडी एग्जिस्टिंग सिटिंग चीफ मिनिस्टर जी, तो सानू इस खलजगन च पैन दी लोड़ नहीं है। जेड़ा ओपोजिशन दा बेट है, ये ओपोजिशन ने जानबूझ के बेट सुटे है कि नवे सिरों कोई कांग्रेस दे विच खाना जंगी दी लड़ाई शुरू है। तो मैं समझना कि नवजोत सिंह सिद्धू प्रधान ने, चन्नी जी है ने, तुसी नेक्स्ट ਇਹ ਜਿਹੜੀ ਰੇਸ ਹੈ ਉਹਦੀ ਗੱਲ ਕਰ ਦੋ। ਇਹ ਜਿਸ ਤਰ੍ਹਾਂ 올림픽ਸ ਇੱਕ ਇਵੈਂਟ ਹੈ 4x400 ਮੀਟਰਸ ਰੀਲੇ ਜੀ, ਲਾਸਟ ਬੈਟਨ ਚੰਨੀ ਜੀ ਦੇ ਹੱਥ 'ਚ। ਪਹਿਲੇ ਤੇ ਇਹ ਦੌੜ ਖਤਮ ਹੋਏਗੀ, ਲੋਕ ਫਿਰ ਫਤਵਾ ਦੇਣਗੇ ਕਿ ਕੀ ਕਾਂਗਰਸ ਨੂੰ ਮੈਜੋਰਿਟੀ ਆਂਦੀ ਹੈ ਕਿ ਨਹੀਂ ਆਂਦੀ। ਜੇ ਸਾਨੂੰ ਫਤਵਾ ਮਿਲੇਗਾ ਤੇ ਅਗਲੀ ਰੇਸ ਤੇ ਫਿਰ ਐਮਐਲਏ ਨੇ ਚੂਜ਼ ਕਰਨੀ ਜਾਂ ਪਾਰਟੀ ਹਾਈ ਕਮਾਂਡ ਨੇ ਚੂਜ਼ ਕਰਨੀ। ਪਹਿਲੇ ਆਪਾਂ ਉੱਥੋਂ ਤੱਕ ਪਹੁੰਚੀਏ। ਸੁਨੀਲ ਜਾਖੜ ਵੀ ਬਾਹਰ ਨਹੀਂ ਜਾ ਰਹੇ। ਸੁਨੀਲ ਜਾਖੜ ਕਹਿੰਦੇ ਕਿ ਪਿਛਲੇ ਦਿਨਾਂ ਦੇ ਵਿੱਚ ਸਿੱਧੇ ਤੌਰ ਤੇ ਸਟੇਟਮੈਂਟ ਜਾਰੀ ਕੀਤੀ, ਕਹਿੰਦੇ ਜਦੋਂ ਚੋਣ ਦੀ ਗੱਲ ਆਈ ਕਿ ਆਪਣੇ ਆਗੂਆਂ ਦੀਆਂ ਵੋਟਾਂ ਪਵਾ ਲਓ, ਐਮਐਲਏ ਦੀਆਂ ਵੋਟਾਂ ਪਵਾ ਲਓ ਕਿ ਕਿਹਨੂੰ ਬਹੁਮਤ ਮਿਲਣੀ ਚਾਹੀਦੀ ਜਾਂ ਕੌਣ ਸੀਐਮ ਦਾ ਚਿਹਰਾ ਹੋਣਾ ਚਾਹੀਦਾ। ਕਹਿੰਦੇ ਮੈਨੂੰ 42 ਵੋਟਾਂ ਪਈਆਂ ਸੀ ਤੇ ਚੰਨੀ ਨੂੰ 2 ਵੋਟਾਂ ਪਈਆਂ ਸੀ, ਤਾਂ ਵੀ ਚੰਨੀ ਨੂੰ ਚਿਹਰਾ ਬਣਾ ਦਿੱਤਾ ਗਿਆ। ਕਹਿੰਦੇ ਦੇਖੋ ਮੈਂ ਇਸ ਗੱਲ ਦੇ ਵਿੱਚ ਨਹੀਂ ਪੈਣਾ ਚਾਹੁੰਦਾ, ਕਿਉਂਕਿ ਮੈਂ ਸਮਝਦਾ ਇਹ ਗਿਣਤੀ ਮਿੰਤੀ ਜਿਹੜੀ ਹੈ ਬਹੁਤਿਆਂ ਨੂੰ ਪਤਾ ਨਹੀਂ। ਕੋਈ 42 ਦੱਸੀ ਜਾਂਦਾ, ਕੋਈ 2 ਦੱਸੀ ਜਾਂਦਾ, ਜਿਨ੍ਹਾਂ ਹੋਰਾਂ ਨੂੰ ਪਿਆ ਉਹਦਾ ਨਾਂ ਹੀ ਇਹਦੇ 'ਚ ਹੈ ਨਹੀਂ। ਸੋ ਆਪਾਂ ਇਸ ਗਿਣਤੀ ਮਿੰਤੀ 'ਚ ਨਾ ਜਾਈਏ। ਮੈਂ ਸਮਝਦਾ ਉਹ ਤੇ ਜਿਹੜੀ ਇੱਕ ਗੇਮ ਓਵਰ ਹੋ ਗਈ ਹੈ, ਉਹਦੀ ਚਰਚਾ ਕਰਨ ਦਾ ਕੋਈ ਲਾਭ ਨਹੀਂ ਵੱਡਾ ਹੁੰਦਾ। ਔਨ ਗਰਾਊਂਡ ਜਿਹੜੇ ਬੰਦੇ ਨੇ, ਔਨ ਗਰਾਊਂਡ ਕੰਮ ਕਰ ਰਹੇ ਨੇ, ਜਿਹਨਾਂ ਸਾਰਿਆਂ ਨੂੰ ਵੱਡੀ ਗੱਲ ਵੇਖੋ 3 ਚੀਜ਼ਾਂ ਮੈਂ ਪਹਿਲੇ ਤੋਂ ਕਹਿੰਦਾ ਹੈ। ਤੁਸੀਂ ਕਿਸੇ ਪੋਲੀਟੀਕਲ ਪਾਰਟੀ ਦੀ ਗੱਲ ਕਰ ਲਓ, ਕਿਸੇ ਸਰਕਾਰ ਦੀ ਗੱਲ ਕਰ ਲਓ, ਤੁਸੀਂ ਭਾਵੇਂ ਪੈਰਾਮਿਲਟਰੀ ਫੋਰਸਸ ਦੀ ਗੱਲ ਕਰੋ, ਭਾਵੇਂ ਆਰਮਡ ਫੋਰਸਸ ਦੀ ਕਰ ਲਓ, 3 ਇਨਗਰੀਡੀਐਂਟਸ ਬਹੁਤ ਜ਼ਰੂਰੀ। ਸਾਰਿਆਂ ਨੂੰ ਪਹਿਲੀ ਚੀਜ਼ ਹੈ ਲਾਇਲਟੀ, ਕਿ ਕਿਹੜਾ ਆਦਮੀ ਕਮਿਟਡ ਹੈ ਆਈਡੀਓਲੋਜੀ ਆਫ ਦੀ ਪਾਰਟੀ। ਨੰਬਰ 2 ਸੀਨੀਅਰਿਟੀ, ਕਿਸੇ ਮੇਜਰ ਨੂੰ ਜਾਂ ਕਰਨਲ ਨੂੰ ਜੇ ਓਵਰਨਾਈਟ ਜਨਰਲ ਬਣਾਓਗੇ ਤਾਂ ਬਗਾਵਤ ਹੋਏਗੀ। ਤੇ ਤੀਸਰੀ ਕੈਪੇਬਿਲਿਟੀ ਜੀ, ਕਾਬਲੀਅਤ ਐਕਸਪੀਰੀਅੰਸ ਨਾਲ ਆ। ਕਿਹੜਾ ਬੰਦਾ ਕਿੰਨੀ ਵਾਰ ਮਿਨਿਸਟਰ ਰਹਿ ਚੁੱਕਿਆ, ਕਿੰਨਾ ਕੁ ਉਹਨੂੰ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਹੈ, ਜਿਹੜਾ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ ਸਾਰਿਆਂ 'ਚ ਰਹਿ ਚੁੱਕੇ। ਇਹ ਸਾਰੀ ਚੀਜ਼ ਜਿਹੜੀ ਹੈ ਗਵਰਨਮੈਂਟਾਂ ਚੱਲਦੀਆਂ ਨੇ ਐਕਸਪੀਰੀਅੰਸ ਨਾਲ। ਇਨ ਐਕਸਪੀਰੀਅੰਸਡ ਬੰਦੇ ਕਦੀ ਵੀ ਸਰਕਾਰ ਨੂੰ ਕਾਮਯਾਬੀ ਨਾਲ ਨਹੀਂ ਚਲਾ ਸਕਦੇ। ਸੋ ਇਹ 3 ਚੀਜ਼ਾਂ ਦਾ ਸੁਮੇਲ ਹੋਏਗਾ ਤੇ ਉਹ ਪਾਰਟੀ ਕਾਮਯਾਬ ਹੋਏਗੀ, ਸਰਕਾਰ ਕਾਮਯਾਬ। ਪਰ ਕੈਪਟਨ ਅਮਰਿੰਦਰ ਸਿੰਘ ਤੋਂ 5 ਸਾਲ ਸਰਕਾਰ ਰਹੀ, ਤਜਰਬੇ ਉਹਨਾਂ ਤੋਂ ਵੀ ਬਹੁਤ ਸੀਗੇ, ਤਾਂ ਬੜੇ ਨੀਅਤ ਨਹੀਂ ਸੀ, ਨੀਅਤ ਨਹੀਂ ਸੀ, ਤਜਰਬਾ ਸੀ, ਸਾਰਾ ਕੁਝ ਉਹਨਾਂ ਕੋਲ ਸੀ, ਸੀਨੀਅਰਿਟੀ ਸੀ, ਕੁਝ ਹੱਦ ਤੱਕ ਲਾਇਲਟੀ ਸੀ, ਕੁਝ ਹੱਦ ਤੱਕ, ਕਿਉਂਕਿ ਉਹ ਬਹੁਤ ਸਾਰੀਆਂ ਹੋਰ ਪਾਰਟੀਆਂ 'ਚ ਰਹਿ ਕੇ ਆਏ ਸੀ। ਹੀ ਵਾਸ ਨਾਟ ਅ ਕੋਰ ਕਾਂਗਰਸਮੈਨ, ਹੀ ਵਾਸ ਨਾਟ ਵੈਡਡ ਟੂ ਦੀ ਆਈਡੀਓਲੋਜੀ ਆਫ ਦੀ ਕਾਂਗਰਸ। ਇਹ ਇੱਕ ਬੁਨਿਆਦੀ ਗਲਤੀ ਸਾਡੀ ਪਾਰਟੀ ਹਾਈ ਕਮਾਂਡ ਨੇ ਕੀਤੀ ਸੀ, ਜਿਹੜੀ ਮੈਂ ਵਾਰੀ-ਵਾਰੀ ਕਹਿ ਰਿਹਾ। ਜਿਹੜੇ ਬੰਦੇ ਦੂਜੀਆਂ ਜਮਾਤਾਂ 'ਚੋਂ ਆਉਂਦੇ ਨੇ ਉਹਨਾਂ ਬਾਰੇ ਧਿਆਨ ਜ਼ਰੂਰ ਰੱਖਣ ਦੀ ਲੋੜ ਹੁੰਦੀ, ਕਿਉਂਕਿ ਉਹ ਇੱਕ ਪਾਰਟੀ ਦੀ ਸੋਚ ਨੂੰ ਵੈਡਡ ਨਹੀਂ ਹੁੰਦੇ। ਤੁਸੀਂ ਆਮ ਆਦਮੀ ਤਾਂ ਮੈਂ ਤੁਹਾਨੂੰ ਜ਼ਿਕਰ ਕਰਨਾ, ਪਿਛਲੀ ਵਾਰ 20 ਐਮਐਲਏ ਬਣੇ। ਜਿਹੜੀ ਪਾਰਟੀ ਦਾ ਐਮਐਲਏ 5 ਸਾਲ ਆਪਣੀ ਪਾਰਟੀ 'ਚ ਨਹੀਂ ਰਹਿ ਸਕਦਾ, ਉਹਦੀ ਕਮਿਟਮੈਂਟ ਆਪਣੇ ਲੋਕਾਂ ਪ੍ਰਤੀ, ਵੋਟਰਸ ਪ੍ਰਤੀ ਜਾਂ ਸੂਬੇ ਪ੍ਰਤੀ ਕਿੰਨੀ ਕੁ ਹੋ ਸਕਦੀ। ਯਾਨੀ ਕਿ ਜਿਹੜੇ ਦੂਸਰੇ ਪਾਰਟੀਆਂ ਤੋਂ ਆਏ, ਪਾਰਟੀ ਹਾਈ ਕਮਾਂਡ ਨੂੰ ਸੋਚਣਾ ਚਾਹੀਦਾ ਕਿ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਣ ਤੋਂ ਪਹਿਲਾਂ। 110%। ਨਵਜੋਤ ਸਿੰਘ ਸਿੱਧੂ ਵੀ ਭਾਜਪਾ ਤੋਂ ਆਏ ਨੇ। ਮੈਂ ਇਹਦੀ ਗੱਲ ਨਹੀਂ ਕਰਦਾ, ਮੈਂ ਇੱਕ ਜਨਰਲ ਗੱਲ ਕਰ, ਮੈਂ ਵੀ ਉਹ ਜਨਰਲ ਗੱਲ ਦੇ ਨਾਲ, ਕਿਉਂਕਿ ਆਪਾਂ ਉਹਨੂੰ ਦਰਕਨਾਰ ਨਹੀਂ ਕਰ ਸਕਦੇ ਉਸ ਚੀਜ਼ ਨੂੰ। ਇੱਕ ਜਨਰਲ ਗੱਲ ਮੈਂ ਕਰਨਾ ਕਿ ਪਾਰਟੀ ਦੀ ਸੀਨੀਅਰਿਟੀ, ਲਾਇਲਟੀ, ਆਈਡੀਓਲੋਜੀ ਨਾਲ ਵੈਡਡ ਹੋਣਾ ਬਹੁਤ ਜ਼ਰੂਰੀ। ਜਿਹੜਾ ਬੰਦਾ ਆਈਡੀਓਲੋਜੀ ਨਾਲ ਵੈਡਡ ਨਹੀਂ, ਉਹਦੀ ਕਮਿਟਮੈਂਟ ਆਪਣੇ ਆਪ ਨਾਲ ਹੋ ਸਕਦੀ, ਪਾਰਟੀ ਨਾਲ ਨਹੀਂ ਹੋ ਸਕਦੀ। ਸਰ ਇਸ ਕਾਦੀਆਂ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਫਤਿਹ ਜੰਗ ਬਾਜਵਾ ਦੂਸਰੀ ਪਾਰਟੀ 'ਚ ਚਲੇ ਗਏ, ਪ੍ਰਤਾਪ ਸਿੰਘ ਬਾਜਵਾ ਕਾਂਗਰਸ 'ਚ ਹੀ ਰਹਿੰਦੇ ਨੇ। ਲੋਕ ਕਹਿੰਦੇ ਸੀਗੇ ਸ਼ਾਇਦ ਕਾਦੀਆਂ ਤੋਂ ਇਕੱਠੇ ਹੋਣਗੇ, ਕਾਦੀਆਂ ਦੇ ਵਿੱਚ ਮੁਕਾਬਲਾ ਹੋਵੇਗਾ, ਪਰ ਉਹ ਦੂਸਰੀ ਸੀਟ ਤੇ ਚਲੇ ਗਏ, ਬਟਾਲਾ। ਭਰਾ ਸਿਆਸਤ ਦੇ ਵਿੱਚ ਸਿਆਸਤ ਜਿਹੜੀ ਹੈ ਭਰਾ ਦੇ ਵਿੱਚ ਆ ਗਈ। ਲੱਗਦਾ ਹੈ ਕਿ ਇਹ ਵੀ ਚੁਣੌਤੀ ਰਹਿਣ ਵਾਲੀ ਹੈ, ਕਿਉਂਕਿ ਕਿੱਥੇ ਇਕੱਠਿਆਂ ਨੇ ਕੰਮ ਕਰਨਾ, ਬੱਚੇ ਵੀ ਤੁਹਾਡੇ ਇਕੱਠੇ ਕੰਮ ਕਰਦੇ ਸੀਗੇ, ਹੁਣ 2 ਅਲੱਗ-ਅਲੱਗ ਪਾਰਟੀਆਂ ਲਈ ਕੰਮ ਕਰ ਰਹੇ। ਕੋਈ ਐਡੀ ਚੁਣੌਤੀ ਵਾਲੀ, ਮੈਂ ਸਾਰੀਆਂ ਇਲੈਕਸ਼ਨ ਤੋਂ ਪਹਿਲੇ ਆਪਣੇ ਬਲਬੂਤੇ ਤੇ ਹੀ ਲੜਦਾ। ਇੱਥੇ ਜਿੰਨੀ ਵਾਰ ਵੀ ਕੋਈ ਜਿੱਤਿਆ ਉਹ ਤੁਹਾਡੇ ਦਾਸ ਦੇ ਨਾਂ ਤੇ ਹੀ ਜਿੱਤਿਆ, ਤੁਹਾਡੇ ਦਾਸ ਦੇ ਕੀਤੇ ਹੋਏ ਕੰਮਾਂ ਤੇ ਜਿੱਤਿਆ। ਕੋਈ ਇਸ ਗੱਲ ਕਾਰਨ
ਵੇਖੋ ਹਮੇਸ਼ਾ ਮੈਂਬਰਸ ਦੀ ਲੋੜ ਰਹਿੰਦੀ ਹੈ, ਪਰਿਵਾਰਾਂ ਦੀ ਲੋੜ ਰਹਿੰਦੀ ਹੈ, ਬਟ ਮੈਂ ਆਪਣੀ ਇਮੇਜ ਦੇ ਨਾਲ, ਆਪਣੇ ਕੀਤੇ ਹੋਏ ਕੰਮਾਂ ਦੇ ਨਾਲ, ਆਪਣੇ ਪਾਰਲੀਮੈਂਟ 'ਚ ਕੀਤੇ ਹੋਏ ਕੰਮਾਂ ਦੇ ਨਾਲ ਇਹ ਮੈਨੂੰ ਵੋਟ ਪੈਂਦੀ ਹੈ, ਮੇਰੀ ਆਪਣੀ ਗੁੱਡਵਿਲ। ਤੁਹਾਡੇ ਕਿਉਂਕਿ ਫਾਦਰ ਸਾਹਿਬ ਦਾ ਵੀ ਲੰਮਾ ਤਜਰਬਾ ਰਿਹਾ, ਤੁਹਾਨੂੰ ਵੀ ਅਲਟੀਮੇਟਲੀ ਫਾਇਦਾ ਹੋਣਾ ਉਹਦਾ ਤੇ ਉਹਨਾਂ ਨੂੰ ਵੀ ਹੋਣਾ ਉਸ ਚੀਜ਼ ਦਾ ਫਾਇਦਾ। ਤਾਂ ਹੁਣ ਦੋ ਦਿਸ਼ਾਵਾਂ ਦੇ ਵਿੱਚ ਦੋ ਭਰਾ ਚੱਲ ਰਹੇ ਨੇ, ਤਾਂ ਲੋਕ ਸਵਾਲ ਕਰਦੇ ਨੇ ਕਿ ਇਹ ਕਿਸ ਤਰੀਕੇ ਨਾਲ ਮੁਮਕਿਨ ਹੋਊਗਾ ਕਿ ਇੱਕੋ ਪਾਸੇ ਦੋ ਭਰਾਵਾਂ ਜਿਹੜੀਆਂ ਇੱਕੋ ਥਾਂ ਤੋਂ ਨਿਕਲੀਆਂ, ਇੱਕੋ ਧੁਰ ਤੋਂ ਨਿਕਲੀਆਂ, ਉਹਨਾਂ ਨੂੰ ਹੁਣ ਦੋ ਪਾਸੇ ਜਾਣਾ ਪੈਣਾ ਤਾਂ ਲੋਕਾਂ ਦੇ ਵਿੱਚ ਜਾ ਕੇ। ਕੋਈ ਨਵੀਂ ਗੱਲ ਨਹੀਂ ਜੀ। ਬਹੁਤ ਸਾਰੀਆਂ ਐਸਟੈਬਲਿਸ਼ਡ ਪੋਲੀਟੀਕਲ ਫੈਮਿਲੀਜ਼ ਜਿਹੜੀਆਂ ਨੇ ਉਹ ਤੁਸੀਂ ਅੱਜ ਵੇਖੋ। ਇੱਕ ਟਾਈਮ ਸੀ ਜਦੋਂ ਮਹਾਰਾਜਾ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹਨ, ਉਹਨਾਂ ਦਾ ਆਪਣਾ ਛੋਟਾ ਭਾਈ ਮਾਲਵਿੰਦਰ ਸਿੰਘ ਅਕਾਲੀ ਦਲ ਚਲਾ ਗਿਆ। ਸਾਹ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਾਈ ਸਾਹ ਗੁਰਦਾਸ ਸਿੰਘ ਬਾਦਲ, ਸਾਹ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ, ਉਹ ਕਾਂਗਰਸ 'ਚ ਆ ਗਏ ਸੀ, ਬਾਦਲ ਸਾਹਿਬ ਉੱਥੇ ਬੈਠੇ ਸੀ, ਉਹ ਵੀ ਇੱਕੋ ਘਰ 'ਚੋਂ ਹੀ ਚੱਲੇ। ਇਹ ਸਰ ਮੈਂ ਹੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਆਮ ਤੌਰ ਤੇ ਅਸੀਂ ਜਨਰਲ ਜੇ ਸਵਾਲ ਕਰਕੇ ਇੰਟਰਵਿਊ ਖਤਮ ਕਰ ਦਿੰਦੇ ਹਾਂ, ਪਰ ਇਹ ਸੋਚ ਕਿੱਦਾਂ ਆਪਾਂ ਸਮਝੀਏ ਇਸ ਚੀਜ਼ ਨੂੰ? ਕਿਉਂਕਿ ਇੱਕੋ ਪਰਿਵਾਰ ਜਿਵੇਂ ਤੁਸੀਂ ਜ਼ਿਕਰ ਕੀਤਾ, ਤੁਹਾਡੇ ਫਾਦਰ ਸਾਹਿਬ ਲੰਮਾ ਸਮਾਂ ਪਾਰਟੀ ਲਈ ਕੰਮ ਕਰਦੇ ਨੇ, ਉਸ ਤੋਂ ਬਾਅਦ ਇਹ ਸੋਚ ਜਿਹੜੀ ਘਰ ਦੇ ਅੰਦਰ ਹੁੰਦੀ ਹੈ ਕਿ ਉਹੀ ਡਿਵੀਜ਼ਨ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹ ਸੋਚ ਨਾਲ ਕਿ ਆਈਡੀਓਲੋਜੀ ਵੀ ਬਦਲ ਜਾਂਦੀ ਹੈ ਪਾਰਟੀਆਂ ਦੇ ਵਿੱਚ ਰਹਿੰਦੇ ਹੋਏ, ਕਿਉਂਕਿ ਆਈਡੀਓਲੋਜੀ ਦਾ ਕੰਮ ਬਹੁਤ ਵੱਡਾ ਹੁੰਦਾ। ਆਈਡੀਓਲੋਜੀ ਕਿਸ ਤਰੀਕੇ ਨਾਲ ਕੰਮ ਕਰਦੀ ਹੈ, ਪਾਰਟੀਆਂ ਨਾਲ ਆਈਡੀਓਲੋਜੀ ਚੇਂਜ ਹੋ ਜਾਂਦੀ ਹੈ ਬੰਦੇ ਦੀ। ਉਹ ਗੱਲ ਇਸ ਤਰ੍ਹਾਂ, ਚੌਧਰ ਇੱਕ ਜਿਹੜੀ ਤਾਕਤ ਹੈ, ਸਿਆਸੀ ਤਾਕਤ, ਇਹ ਕੰਧਾਂ ਵਿੱਚ ਵੀ ਪਾੜ ਲੈ। ਸਭ ਤੋਂ ਵੱਡਾ ਕਾਰਨ ਇਹੀ ਹੈ। ਵੱਡਾ ਇਹ ਹੁੰਦਾ ਤਾਕਤ ਦੇ ਨਾਲ ਜਿਹੜੀ ਚੀਜ਼ ਹੈ, ਇਹ ਵੱਡੇ ਤੋਂ ਵੱਡੇ ਤੁਸੀਂ ਵੇਖੋ ਨਹਿਰੂ ਗਾਂਧੀ ਪਰਿਵਾਰ ਵੀ, ਨਹਿਰੂ ਸਾਹਿਬ ਦਾ ਆਪਣਾ ਪਰਿਵਾਰ ਵੀ ਜੇ ਵੇਖੋ, ਉਹਦੇ ਵਿੱਚ ਵੀ ਕਈ ਹਿੱਸੇ ਹੋ ਗਏ। ਤੁਸੀਂ ਭਾਜਪਾ ਦੇ ਵੱਡੇ ਤੋਂ ਵੱਡੇ ਪਰਿਵਾਰ ਸਿੰਧੀਆ ਜਿਹੜੇ, ਉਹਨਾਂ ਦੇ ਵਿੱਚ ਵੇਖੋ ਭੂਆ ਕਿਤੇ ਸੀ, ਭਣੇਵਾ ਕਿਤੇ ਸੀ, ਬ੍ਰਦਰਸ ਕਿਤੇ ਸੀ, ਮਦਰ ਇੱਕ ਪਾਸੇ ਸੀ ਰਾਜਮਾਤਾ ਸਿੰਧੀਆ, ਤੇ ਉਹਨਾਂ ਦਾ ਬੇਟਾ ਆਪਣਾ ਫਾਦਰ ਆਫ ਸਿੰਧੀਆ ਕਾਂਗਰਸ ਵਿੱਚ ਸਨ, ਭੂਆ ਬੀਜੇਪੀ ਵਿੱਚ ਸਨ, ਭਣੇਵਾ ਉਹਨਾਂ ਦਾ ਸੱਕਾ ਕਾਂਗਰਸ ਵਿੱਚ ਸੀ। ਸੋ ਇਹ ਚੌਧਰ ਕਰਕੇ ਕਿਤੇ ਨਾ ਕਿਤੇ ਹੋ ਜਾਂਦਾ। ਵੈਸੇ ਹਿਰਖ ਹੈਗਾ ਥੋੜਾ ਜਿਹਾ ਭਰਾ ਦੂਸਰੀ, ਪ੍ਰਤਾਪ ਸਿੰਘ ਬਾਜਵਾ ਵੱਡੇ ਨੇ, ਉਹਨਾਂ ਨੂੰ ਹਿਰਖ ਹੈਗਾ ਥੋੜਾ ਜਿਹਾ ਕਿ ਭਰਾ ਦੂਸਰੇ ਪਾਸੇ ਚਲੇ ਗਏ। ਸਮਝਣਾ ਕਿ ਉਹਨਾਂ ਨੂੰ ਕਾਂਗਰਸ ਨਾਲ ਹੀ ਸਟਿਕ ਕਰਨਾ ਚਾਹੀਦਾ। ਜਿਸ ਪਾਰਟੀ ਨੇ ਤੁਹਾਨੂੰ ਪਹਿਚਾਨ ਦਿੱਤੀ, ਉਸ ਪਾਰਟੀ ਨੇ ਜੇ ਤੁਹਾਡੇ ਕੋਲ ਵਾਪਸ ਲੈ ਵੀ ਲਈ ਐਂਡ ਸੀਨੀਅਰ ਜਿਹੜਾ ਤੁਹਾਡਾ ਵੱਡਾ ਭਾਈ ਹੈ, ਉਹਨੂੰ ਇਹ ਜ਼ਿੰਮੇਵਾਰੀ ਦਿੱਤੀ, ਕੋਈ ਸੋਚ ਕੇ ਹੀ ਦਿੱਤੀ ਹੋਣੀ। ਵੈਸੇ ਪਿਛਲੇ 5 ਸਾਲਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਕਾਦੀਆਂ ਦਾ ਵਿਕਾਸ ਸਹੀ ਤਰੀਕੇ ਨਾਲ ਹੋਇਆ? ਉਹ ਕਮੀਆਂ ਪੇਸ਼ੀਆਂ ਤੇ ਹੈ। ਜੇ ਜਿਸ ਹਿਸਾਬ ਨਾਲ ਮੇਰਾ ਕੰਮ ਕਰਨ ਦਾ ਤਰੀਕਾ, ਉਹਦੇ ਨਾਲ ਮੈਂ ਸਮਝਣਾ ਕਮੀਆਂ ਪੇਸ਼ੀਆਂ। ਹਾਈਪੋਥੈਟੀਕਲ ਸਵਾਲ ਹੈ, ਪਰ ਜਿਸ ਤਰੀਕੇ ਨਾਲ ਤੁਸੀਂ ਵੀ ਜ਼ਿਕਰ ਕੀਤਾ ਕਿ ਉਹ ਤਾਂ ਅਗਲੀ ਗੱਲ ਹੋਊਗੀ ਕਿ ਪਾਰਟੀ ਨੂੰ ਬਹੁਮਤ ਮਿਲਦੀ ਹੈ, ਸਰਕਾਰ ਬਣਦੀ ਹੈ, ਉਹ ਅਗਲੀ ਚੀਜ਼ ਹੋਵੇਗੀ। ਹਾਈਪੋਥੈਟੀਕਲ ਸਵਾਲ ਇਹ ਕਿ ਇਸ ਵੇਲੇ ਜਿਸ ਤਰੀਕੇ ਦੇ ਹਾਲਾਤ ਨੇ, ਜੇ ਪਾਰਟੀ ਮੌਕਾ ਦਿੰਦੀ ਹੈ ਜਾਂ ਜੋ ਵੀ ਹਾਲਾਤ ਬਣਦੇ ਨੇ, ਕਾਦੀਆਂ ਲਈ ਪਹਿਲੀਆਂ ਕਿਹੜੀਆਂ ਅਜਿਹੀਆਂ ਚੀਜ਼ਾਂ ਨੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਹੁਣ ਪਹਿਲ ਦੇ ਆਧਾਰ ਤੇ ਤੁਸੀਂ ਉਹ ਤਾਂ ਜ਼ਿਕਰ ਕਰਤਾ ਕਿ ਕੁਝ ਫੈਕਟਰੀਆਂ ਦਾ ਜ਼ਿਕਰ ਕਰ ਦਿੱਤਾ, ਉਹ ਪਿਛਲੇ 5 ਸਾਲਾਂ ਦੇ ਵਿੱਚ ਨਹੀਂ ਲੱਗਿਆ। ਪਹਿਲੇ ਕਾਦੀਆਂ ਦਾ ਜਿਹੜਾ ਸੀਵਰੇਜ ਦਾ ਗੰਦ ਕੱਢਣ ਦੀ ਲੋੜ, ਸੜਕਾਂ ਬਹੁਤ ਬੁਰਾ ਹਾਲ ਹੈ ਇੱਥੇ, ਸੀਵਰੇਜ ਦਾ ਕੰਮ ਕਰਨ ਦੀ ਲੋੜ ਹੈ, ਲਾਅ ਐਂਡ ਆਰਡਰ ਨੂੰ ਇੱਥੇ ਕੰਟੇਨ ਕਰਨ ਦੀ ਲੋੜ ਹੈ। ਤੋ ਇਹ ਸਾਰੀਆਂ ਚੀਜ਼ਾਂ ਹੈ ਨੇ ਉਹ ਜਿਹੜੀਆਂ ਡਿਵੈਲਪਮੈਂਟ ਨਾਲ ਕਨੈਕਟਡ ਦਾ ਕੰਮ ਹੈ। ਇੱਥੇ ਅਜੇ ਬਿਜਲੀ ਦਾ ਕੰਮ ਕਰਨ ਵਾਲਾ ਬਹੁਤ ਸਾਰਾ, ਤੇ ਹੁਣ ਤੇ ਵੈਸੇ ਲਾਈਟਸ ਬਹੁਤ ਹੱਦ ਤੱਕ ਅਸੀਂ ਆ ਮਹੀਨੇ ਦੇ ਵਿੱਚ ਹੀ ਪ੍ਰਬੰਧ ਕੀਤਾ। ਹੋਰ ਬਹੁਤ ਸਾਰੇ ਕੰਮ ਕਰਨ ਵਾਲੇ ਨੇ ਇੱਥੇ, ਜਿਸ ਤਰ੍ਹਾਂ ਕੂੜਾ ਚੁੱਕ ਕੇ ਸੁੱਟੀਦਾ, ਉੱਥੇ ਜਗ੍ਹਾ ਕੋਈ ਨਾ ਕੋਈ ਇੱਥੇ ਪਲਾਂਟ ਲਗਾਉਣ ਦੀ ਲੋੜ ਹੈ। ਇੱਥੇ ਮੈਡੀਕਲ ਸਹੂਲਤਾਂ ਜਾਂ ਐਜੂਕੇਸ਼ਨ ਸਹੂਲਤਾਂ, ਕਿਉਂਕਿ ਆਮ ਆਦਮੀ ਪਾਰਟੀ ਇਹਨਾਂ ਦੋ ਚੀਜ਼ਾਂ ਦੀ ਬਹੁਤ ਜ਼ਿਆਦਾ ਦਹਾਈ ਪਾਉਂਦੀ ਹੈ ਕਿ ਕਿਸੇ ਵੀ ਵਿਧਾਨ ਸਭਾ ਹਲਕੇ ਦੇ ਵਿੱਚ ਇਹ ਦੋ ਸਹੂਲਤਾਂ ਬੜੀਆ ਤਰੀਕੇ ਨਾਲ ਮੈਂ ਆਮ ਆਦਮੀ ਦੇ ਕੈਂਡੀਡੇਟ ਸਾਹਿਬ ਨੂੰ ਪੁੱਛਣਾ ਕਿ ਉਹਨਾਂ ਦੇ ਫਾਦਰ ਇੱਥੇ 25 ਸਾਲ ਰਹੇ ਨੇ, ਮਿਨਿਸਟਰ ਵੀ ਰਹੇ ਨੇ, ਉਦੋਂ ਉਹਨਾਂ ਨੇ ਕਮਿਟਮੈਂਟ ਕੋਈ ਮੈਡੀਕਲ ਦੱਸਣ ਹੈ ਕਿਹੜੀ ਲੈ ਕੇ ਆਏ ਨੇ, ਕੋਈ ਸਕੂਲ ਹੀ ਦੱਸਣ ਕੋਈ ਲੈ ਕੇ ਆਏ ਨੇ, ਕੋਈ ਨਵਾਂ ਥੋੜਾ ਹੈ। ਮੈਂ ਇਸੇ ਹੀ ਤੁਹਾਨੂੰ ਸਵਾਲ ਕੀਤਾ, ਜਾ ਕੇ ਆਪਣਾ ਪਿਛੋਕੜ ਤੇ ਨਹੀਂ ਤੁਸੀਂ ਭੁੱਲ ਸਕਦੇ। ਜਿਹੜੇ ਕੀਤੇ ਹੋਏ ਤੁਹਾਡੇ ਆਪਣੇ ਪਰਿਵਾਰ ਦੇ ਕੰਮ ਨੇ, ਉਹ ਕਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਨਵੀਂ ਪਾਰਟੀ 'ਚ ਆ ਕੇ ਕਿ ਜੀ ਆਪ ਨੂੰ ਮੌਕਾ ਦਿਓ। ਆਪ ਨੂੰ ਮੌਕਾ ਕਿ ਜਿਹੜਾ ਆਪ ਨੂੰ ਤੇ ਮੌਕਾ ਦਿੱਤਾ, ਪਿਛਲੀ ਵਾਰ ਕਹਿੰਦੇ 100 ਸੀਟ ਆਏਗੀ, 20 ਆਈਆਂ, ਹੁਣ ਕਹਿੰਦੇ 50 ਆਣਗੀਆਂ, 10 ਆਣਗੀਆਂ। ਦੇਖੋ ਪੰਜਾਬ ਦੀ ਜਿਹੜੀ ਸਿਆਸਤ ਹੈ, ਸਪੈਸ਼ਲੀ ਪਿੰਡਾਂ ਦੀਆਂ ਸੀਟਾਂ ਜਿਹੜੀਆਂ ਧੜਿਆਂ ਨਾਲ ਵੱਜੀਆਂ, ਤੀਜੀ ਧਿਰ ਦਾ ਬਹੁਤ ਘੱਟ ਚਾਂਸ ਹੈ ਤੇ ਵਿੱਚ ਫਸਣ ਦਾ। ਜਿੱਥੇ ਫਸਦੀ ਹੈ ਉਹਦਾ ਨੁਕਸਾਨ ਜਿਹੜਾ ਵੇਖੋ ਕਾਂਗਰਸ ਦੀ ਧਿਰ ਤੇ ਉੱਥੇ ਦੀ ਉੱਥੇ ਹੀ ਜੀ। ਅਕਾਲੀ ਦਲ ਦੇ ਇੱਥੇ 3 ਕੈਂਡੀਡੇਟ ਖਲੋਤੇ ਨੇ ਜਿਹੜੇ ਅਕਾਲੀ ਦਲ ਦੀ ਬੈਕਗ੍ਰਾਉਂਡ ਵਾਲੇ ਨੇ, ਤਾਂ ਉਹ ਅਕਾਲੀ ਦਲ ਦੀ ਵੋਟ ਹੀ ਵੰਡੀ ਜਾ ਰਹੀ ਹੈ। ਕਹਿੰਦੇ ਕਿ ਇਹੀ ਕਾਰਨ ਬਣਦਾ ਕਿ ਕਾਂਗਰਸ ਤੇ ਭਾਜਪਾ ਥੋੜੇ ਜਿਹੇ ਅਕਾਲੀ ਦਲ ਮਿਲ ਕੇ ਚੱਲਣੇ ਕਿ ਤੀਜੀ ਧਿਰ ਨੂੰ ਪੰਜਾਬ 'ਚ ਆਉਣ ਹੀ ਨਹੀਂ ਦੇਣਾ। ਨਹੀਂ, ਸਾਨੂੰ ਕੋਈ ਲੋੜ ਹੀ ਨਹੀਂ ਇੱਥੇ, ਤੇ ਅਸੀਂ ਤੀਜੀ ਧਿਰ ਸਮਝਦੇ ਕੁਝ ਨਹੀਂ, ਕਿਉਂਕਿ ਇਹਨਾਂ ਦੀ ਬੈਕਗ੍ਰਾਉਂਡ ਪੁਰਾਣੀ ਅਕਾਲੀ ਦਲ ਦੀ ਹੈ। ਇਹਨਾਂ ਦੇ ਕੀਤੇ ਹੋਏ ਫਾਦਰ ਦੇ ਕੰਮ ਲੋਕਾਂ ਦੇ ਸਾਹਮਣੇ ਨੇ। ਕੋਈ ਇਹਨਾਂ ਨੂੰ, ਐਂਡ ਤੁਸੀਂ ਵੇਖੋ 20 MLA ਇਹਨਾਂ ਦੇ ਬਣੇ, 12 ਛੱਡ ਕੇ ਕਾਂਗਰਸ 'ਚ ਆ ਗਏ। ਬਿਲਕੁਲ। ਇਹਨਾਂ ਦੀ ਕਮਿਟਮੈਂਟ ਕੀ ਹੈ? ਮੈਂ ਇਹਨਾਂ ਲੋਕਾਂ ਨੂੰ ਪੁੱਛਣਾ
ਜਿਹੜੀ ਪਾਰਟੀ 5 ਸਾਲ ਇੱਕ ਐਮਐਲਏ ਨੂੰ ਨਹੀਂ ਕੰਟਰੋਲ ਕਰਕੇ ਰੱਖ ਸਕਦੀ ਤੇ ਉਹਨਾਂ ਐਮਐਲਏਜ਼ ਨੂੰ ਪੁੱਛਣਾ ਕਿ ਤੁਹਾਡੀ ਕਮਿਟਮੈਂਟ ਆਪਣੇ ਵੋਟਰਸ ਨਾਲ ਤੇ ਆਪਣੇ ਲੋਕਾਂ ਨਾਲ ਕੀ ਹੈ। ਬਾਜਵਾ ਸਾਹਿਬ, ਅਖੀਰ ਤੇ ਸੁਖਬੀਰ ਸਿੰਘ ਬਾਦਲ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਮੁੱਖ ਮੰਤਰੀ ਬਣ ਜਾਵਾਂ ਪੰਜਾਬ ਦਾ, ਲੱਗਦਾ ਕਿ ਸੁਪਨਾ ਪੂਰਾ ਹੋਊਗਾ ਉਹਨਾਂ ਦਾ? 100 ਸਾਲ ਵੀ ਨਹੀਂ ਹੋ ਸਕਦਾ। ਮੇਰੀ ਇਹ ਗੱਲ ਕਿਉਂ ਹੈ ਮੈਂ ਤੁਹਾਨੂੰ ਦੱਸ, ਅਕਾਲੀ ਦਲ ਆਪਣੀ ਸਟਰੈਂਥ ਤੇ 85 ਸੀਟਾਂ ਤੋਂ ਵੱਧ ਨਹੀਂ ਲੜ ਸਕਦਾ ਕਿਉਂਕਿ 32 ਹਲਕੇ 32 ਤੋਂ 34 ਹਲਕੇ ਨੇ ਜਿਹੜੇ ਹਿੰਦੂ ਮੈਜੋਰਿਟੀ ਹਲਕੇ, ਉਹਦੇ ਵਿੱਚ ਅਕਾਲੀ ਦਲ ਦੀ ਕੋਈ ਪਛਾਣ ਹੀ ਹੈ ਨਹੀਂ। ਨੰਬਰ 1, ਇਹ 85 ਸੀਟਾਂ ਚੋਂ 60 ਸੀਟਾਂ ਜਿੱਤਣ ਦੀ ਪੋਜੀਸ਼ਨ 'ਚ ਨੇ। ਅਕਾਲੀ ਦਲ ਹਮੇਸ਼ਾ ਉਦੋਂ ਜਿੱਤਿਆ ਜਦੋਂ ਭਾਜਪਾ ਨਾਲ ਆਈ। ਜਦੋਂ ਹਿੰਦੂ 8-10% ਵੋਟ ਅਕਾਲੀ ਦਲ ਨੂੰ ਮਿਲੀ ਤੇ ਉਦੋਂ ਅਕਾਲੀ ਦਲ ਉਹ ਦਾ ਖੇਡਦੇ ਬੀਐਸਪੀ ਵਾਲਾ ਇਸ ਵਾਰ। ਤੇ ਅਕਾਲੀ ਦਲ ਨੇ ਬੀਐਸਪੀ ਦੇ ਨਾਲ ਦਲਿਤ ਵੋਟ ਹੈ, ਹਿੰਦੂ ਵੋਟ। ਤੋ ਦੂਜੀ ਗੱਲ ਹੈ ਕਿ ਭਾਜਪਾ ਜਿਹੜੀ ਹੈ ਉਹ ਵੀ ਅਕਾਲੀ ਦਲ ਦੀ ਸਟਰੈਂਥ ਹੀ ਸੀਟਾਂ ਜਿੱਤਦੀ ਰਹੀ ਹੈ। ਇੰਡੀਪੈਂਡੈਂਟਲੀ ਭਾਜਪਾ ਵੀ 3-4 ਸੀਟਾਂ ਤੋਂ ਵੱਧ ਨਹੀਂ ਜਿੱਤ ਸਕਦੀ। ਅਕਾਲੀ ਦਲ ਫਿਰ ਉਹ 20 ਤੋਂ 25 ਸੀਟਾਂ 'ਚ ਰਹਿ ਗਏ। ਕਿਸਾਨਾਂ ਦਾ ਕੋਈ ਫਰਕ ਰਹੇਗਾ? ਉਹ ਵੀ ਇਸ ਵਕਤ ਚੋਣ ਮੈਦਾਨ 'ਚ ਹੈ ਨੇ, ਬਹੁਤ ਵੱਡੇ ਪੈਮਾਨੇ ਤੇ ਉਹਨਾਂ ਨੂੰ ਸਪੋਰਟ ਨਹੀਂ ਮਿਲ ਪਾ ਰਹੀ ਕਿਉਂਕਿ ਕਿਸਾਨਾਂ ਨੇ ਪਹਿਲੇ ਗੱਲ ਕਹੀ ਸੀ, ਕਿਸਾਨ ਜਥੇਬੰਦੀਆਂ ਨੇ, ਕਿ ਸਾਡਾ ਸਿਆਸਤ ਨਾਲ ਕੋਈ ਕਨੈਕਸ਼ਨ ਨਹੀਂ, ਅਸੀਂ ਇਕੱਲਾ ਕਿਸਾਨਾਂ ਦੀ ਲੜਾਈ ਤੱਕ ਹੀ ਸੀਮਤ ਰਵਾਂਗੇ। ਹੁਣ ਆ ਕੇ ਜਿਹੜਾ ਉਹਦਾ ਜਿਹੜਾ ਮੈਜੋਰਿਟੀ ਵੱਡਾ ਗਰੁੱਪ ਹੈ ਉਹ ਅਸੀਂ ਸਾ ਜੋਗਿੰਦਰ ਸਿੰਘ ਉਗਰਾਹਾਂ ਉਹ ਸਾਈਡ ਤੇ ਨੇ। ਹਾਂ, ਉਹ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਉਹ ਹੈ, ਹੋਰ ਬਹੁਤ ਸਾਰੇ ਨੇ। ਕੀਰਤੀ ਕਿਸਾਨ ਯੂਨੀਅਨ ਵਾਲਾ ਚੱਲ ਰਹੇ ਨੇ, ਡੱਲੇਵਾਲਾ ਕੀਰਤੀ ਕਿਸਾਨ ਵਿੰਗ ਹੈ ਉਹ ਬਾਹਰ ਹੈ। ਸਤਨਾਮ ਸਿੰਘ ਇੱਥੋਂ ਦੇ ਜਿਹੜੇ ਨੇ, ਪੰਨੂ ਹੁਣੀ, ਪੰਧੇਰ ਉਹ ਸਾਰੇ ਬਾਹਰ ਨੇ। ਸੋ ਇਹਨਾਂ ਕੋਲ ਇੱਕ ਤਕਰੀਬਨ 5ਵਾਂ ਹਿੱਸਾ ਵੋਟ ਇਲੈਕਸ਼ਨ ਲੜ ਰਿਹਾ। 5ਵੇਂ ਹਿੱਸੇ ਨੂੰ ਉਸ ਢੰਗ ਨਾਲ ਬਹੁਤੀ ਲੋਕਾਂ ਦਾ ਰੁਝਾਨ ਨਹੀਂ ਮਿਲਣਾ। ਬਹੁਤ ਸ਼ੁਕਰੀਆ, ਤੁਸੀਂ ਸਰ ਸਮਾਂ ਦਿੱਤਾ, ਬਹੁਤ ਧੰਨਵਾਦ। ਸੋ ਇਸ ਪ੍ਰਤਾਪ ਸਿੰਘ ਬਾਜਵਾ ਤਮਾਮ ਮਸਲੇ ਤੇ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਹਾਲਾਤ ਕੀ ਨੇ, ਤਾਂ ਉਹਨਾਂ ਨੇ ਆਪਣੇ ਬੇਬਾਕੀ ਦੇ ਨਾਲ ਕਾਦੀਆਂ ਹਲਕੇ ਦੇ ਹਾਲਾਤ ਦੱਸੇ ਨੇ। ਫਿਲਹਾਲ ਦੇਖਣਾ ਹੋਵੇਗਾ ਕਿ ਲੋਕ ਕਿੱਧਰਲੇ ਪਾਸੇ ਟੁਕਦੇ ਨੇ। ਸਹਿਯੋਗੀ ਅਮਨ ਦੇ ਨਾਲ ਹਰਦੀਪ ਸਿੰਘ ਪੋਗਲ, ਸਪੋਕਸਮੈਨ ਟੀਵੀ, ਕਾਦੀਆਂ।